ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਰਾਹੀਂ ਉਸ ਪਰਿਪੂਰਨ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਹਨ। ਤੇ ਸਾਹਿਬਾਂ ਦੀ ਬਾਣੀ ਕਹਿੰਦੀ ਹੈ, ਦਰਸ਼ਨ ਤੈਨੂੰ ਤੇਰੇ ਵਿੱਚੋਂ ਹੋਣੇ ਹਨ। ਰੱਬ ਨੂੰ ਵੇਖਣਾ, ਆਪਣੇ ਆਪ ਨੂੰ ਵੇਖਣਾ, ਰੱਬ ਨੂੰ ਸਮਝਣਾ, ਆਪਣੇ ਆਪ ਨੂੰ ਸਮਝਣਾ ਹੈ। ਗੁਰੂ ਦੀ ਗੋਦ ਵਿੱਚ ਬੈਠ ਕੇ ਅਸੀਂ ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰਨੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ, ਜਨ ਨਾਨਕ ਬਿਨ ਆਪਾ ਚੀਨੈ। ਜਿੰਨਾ ਚਿਰ ਤੱਕ ਤੂੰ ਆਪਣੀ ਪਛਾਣ ਨਹੀਂ ਕਰਦਾ, ਆਪਣੇ ਆਪ ਨੂੰ ਨਹੀਂ ਵੇਖਦਾ, ਉਨਾ ਚਿਰ ਤੱਕ ਤੈਨੂੰ ਪਰਮਾਤਮਾ ਦੇ ਦੀਦਾਰ ਨਹੀਂ ਹੋਣੇ। ਸੋ ਕੋਸ਼ਿਸ਼ ਕਰਿਆ ਕਰੀਏ, ਜਦੋਂ ਬਾਪੂ ਦੇ ਦਰਬਾਰ ਵਿੱਚ ਬੈਠੀਏ, ਸਤਿਗੁਰਾਂ ਦੀ ਗੋਦ ਵਿੱਚ ਬੈਠੀਏ, ਆਪਣੇ ਆਪ ਨੂੰ ਦਰਬਾਰ ਵਿੱਚ ਸ਼ਾਮਲ ਕਰਦਿਆਂ ਆਪਣੀ ਗੱਲ ਕਰਨ ਦੀ ਕੋਸ਼ਿਸ਼ ਕਰੀਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਸਾਨੂੰ ਸਾਡੇ ਵਿੱਚੋਂ ਆਪਣੇ ਦੀਦਾਰ ਹੋਣ, ਤਾਂ ਜੋ ਅਸੀਂ ਪਰਿਪੂਰਨ ਪਰਮਾਤਮਾ ਦੇ ਗੁਣਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਸਕੀਏ। ਧੰਨ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਘਰ ਦੂਜਾ, ਬਾਣੀ ਕਬੀਰ ਜੀ ਕੀ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਬੰਧਚ ਬੰਧਨ ਪਾਇਆ, ਮੁਕਤੈ ਗੁਰ ਅਨਲ ਬੁਝਾਇਆ। ਜਬ ਨਖ ਸਿੱਖ ਇਹ ਮਨ ਚੀਨਾ, ਤਬ ਅੰਤਰ ਮੱਜਨ ਕੀਨਾ। ਜਦੋਂ ਅਸੀਂ ਆਪਣੇ ਅੰਦਰ ਇਸ਼ਨਾਨ ਕਰਨ ਦੀ ਕੋਸ਼ਿਸ਼ ਕਰਾਂਗੇ, ਬਾਣੀ 'ਚ ਇਹ ਸ਼ਬਦ ਬਾਰ-ਬਾਰ ਸਤਿਗੁਰਾਂ ਨੇ ਵਰਤੇ ਹਨ। ਆਪਣੇ ਅੰਦਰ ਖੁਦ ਦਾ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ। ਪਵਨ ਪਤ ਉਤਨ ਮਨ ਰਹਨ ਖਰਾ। ਪਵਨ ਪਤ ਉਨ ਮਨ ਰਹਨ ਖਰਾ। ਨਹੀਂ ਮਿਰਤ ਨਾ ਜਨਮ ਜਰਾ। ਨਹੀਂ ਮਿਰਤ ਨਾ ਜਨਮ ਜਰਾ। ਰਹਾਓ ਉਲਟੀ ਲੈ ਸਕਤ ਸਹਾਰੰ। ਪੈਸੀਲੇ ਗਗਨ ਮਝਾਰੰ। ਬੇਦੀਅਲੇ ਚੱਕਰ ਪੁਹੰਗਾ। ਭੇਟੀਅਲੇ ਰਾਏ ਨਿਸੰਗਾ। ਚੂਕੀਅਲੇ ਮੋਹ ਮਿਆਸਾ। ਮੁੱਕੇ ਸਾਡੇ ਅੰਦਰੋਂ ਗੁਰੂ ਨੂੰ ਮਿਲ ਕੇ ਮੋਹ ਮਾਇਆ ਦੀ ਆਸ। ਤੇ ਆਸ ਬੱਝੇ ਕਾਹਦੀ? ਅਸੀਂ ਜਿਸ ਮਕਸਦ ਲਈ ਇਸ ਧਰਤੀ 'ਤੇ ਆਏ ਹਾਂ, ਉਸ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰੀਏ। ਜ਼ਰੂਰੀ ਕਾਰਜ ਨੇ ਸਾਡੇ। ਸਤਿਗੁਰਾਂ ਨੇ ਬਾਣੀ ਵਿੱਚ ਇਹ ਸਵਾਲ ਬਾਰ-ਬਾਰ ਸਾਨੂੰ ਕੀਤੇ ਹਨ। ਅਸੀਂ ਹਰ ਰੋਜ਼ ਇਹਨਾਂ ਸਵਾਲਾਂ ਨੂੰ ਆਪਣੇ ਆਪ ਨੂੰ ਕਰਦਿਆਂ ਰਹਿਣਾ ਹੈ। ਜਦੋਂ ਅਸੀਂ ਰੋਜ਼ਾਨਾ ਆਪਣੇ ਆਪ ਨੂੰ ਇਹ ਸਵਾਲ ਕਰਾਂਗੇ, ਫਿਰ ਸਾਨੂੰ ਆਪਣੀ ਜ਼ਿੰਦਗੀ ਦਾ ਮਕਸਦ ਸਮਝ ਵਿੱਚ ਆਏਗਾ ਔਰ ਉਸ ਨੂੰ ਕੰਪਲੀਟ ਕਰਨ ਵਾਲੇ ਬੰਨੇ ਸਮਾਜ ਤੁਰੇਗਾ। ਅੱਗੇ ਸਿੱਖਾਂ ਨੂੰ ਲੱਗਣਾ ਪੈਣਾ ਹੈ। ਮੈਂ ਇੱਕ ਸ਼ਬਦ ਰਿਪੀਟ ਕਰਦਾ, ਅੱਗੇ ਸਿੱਖਾਂ ਨੂੰ ਲੱਗਣਾ ਪੈਣਾ। ਹੁਣ ਤੁਸੀਂ ਕਹੋਗੇ ਸਿੱਖਾਂ ਨੂੰ ਕਿਉਂ ਲੱਗਣਾ ਪੈਣਾ ਆ? ਕਿਉਂਕਿ ਸਿੱਖਾਂ ਕੋਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਹੁਤ ਕਮਾਲ ਦੇ ਆ, ਬਹੁਤ ਕੀਮਤੀ ਆ। ਇਸ ਗ੍ਰੰਥ ਵਰਗੀ ਵਿਚਾਰ ਪੂਰੀ ਦੁਨੀਆ 'ਚ ਨਹੀਂ ਹੈ। ਇਹ ਸਾਨੂੰ ਮਾਣ ਹੈ ਇਸ ਗੱਲ ਦਾ। ਕੋਈ ਬੰਦਾ ਕਿਸੇ ਵੀ ਰੂਪ ਵਿੱਚ ਬਹਿ ਕੇ ਸਾਡੇ ਨਾਲ ਗੱਲ ਕਰ ਲੈ,
ਜੈਸਾ ਕੀਮਤੀ ਖਜ਼ਾਨਾ ਸਤਿਗੁਰਾਂ ਨੇ ਸਾਨੂੰ ਇਸ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਦਿੱਤਾ ਹੈ, ਸ਼ਾਇਦ ਇਹ ਦੁਨੀਆ ਵਿੱਚ ਕਿਤੇ ਹੋਵੇ। ਔਰ ਜੇ ਅਸੀਂ ਗੁਰੂ ਸਾਹਿਬ ਜੀ ਦੇ ਪ੍ਰੈਕਟੀਕਲ ਜੀਵਨ ਨੂੰ ਵੀ ਵੇਖਾਂਗੇ ਤੇ ਸਾਡੇ ਗੁਰੂ ਸਾਹਿਬਾਨਾਂ ਦੇ ਮੁਕਾਬਲੇ ਤੇ ਦੁਨੀਆ ਤੇ ਕਿਸੇ ਨੇ ਵੀ ਨਹੀਂ ਖੜਨਾ, ਕੋਈ ਨਹੀਂ ਖੜੇਗਾ, ਅੱਜ ਵੀ ਨਹੀਂ ਖੜਨਾ। 21ਵੀਂ ਸਦੀ ਹੈ ਅੱਜ, ਸਾਇੰਸ ਦੁਨੀਆ ਇੰਨੀ ਤਰੱਕੀ ਕਰ ਗਈ ਹੈ, ਪਰ ਅੱਜ ਵੀ ਲੋਕ ਆਪਣੇ ਆਪ ਲਈ ਜੀਂਦੇ ਨੇ। ਅੱਜ ਤੋਂ 550 ਸਾਲ ਪਹਿਲਾਂ ਕੋਈ ਕਿਸੇ ਦੂਜੇ ਲਈ ਕਿਵੇਂ ਜੀਦਾ ਆ, ਇਹ ਸੁਭਾਅ ਪੈਦਾ ਕਰ ਜਾਣਾ ਸਾਡੇ ਗੁਰੂ ਸਾਹਿਬਾਨਾਂ ਤੋਂ ਇਲਾਵਾ ਕਿਤੇ ਨਹੀਂ ਲੱਭੇਗਾ। ਭਾਵੇਂ ਜੰਗਾਂ ਪੜ੍ਹ ਵੇਖਿਓ, ਭਾਵੇਂ ਨੋਰਮਲ ਬੰਦਿਆਂ ਦੀ ਲਾਈਫ ਪੜ੍ਹ ਵੇਖਿਓ, ਭਾਵੇਂ ਵੱਡੇ ਵੱਡੇ ਸਕੋਲਰਾਂ ਨੂੰ ਪੜ੍ਹ ਵੇਖਿਓ, ਭਾਵੇਂ ਵੱਡੇ ਵੱਡੇ ਫਿਲਾਸਫਰਾਂ ਨੂੰ ਪੜ੍ਹ ਵੇਖਿਓ, ਜਿਹੜੀ ਗੱਲ ਬਾਬੇ ਨੇ ਬਾਣੀ ਵਿੱਚ ਕੀਤੀ ਹੈ ਇਹਦਾ ਕੋਈ ਮੁਕਾਬਲਾ ਨਹੀਂ ਹੈ। ਪਰ ਸਾਡਾ ਧਿਆਨ ਇਸ ਬੰਨੇ ਘਟ ਗਿਆ। ਸਾਨੂੰ ਐਂ ਲੱਗਿਆ ਵੀ ਗੁਰੂ ਗ੍ਰੰਥ ਸਾਹਿਬ ਸਾਨੂੰ ਗੁਰੂ ਸਾਹਿਬ ਜੀ ਮੱਥਾ ਟੇਕਣ ਲਈ ਦੇ ਗਏ ਨੇ, ਤੇ ਬਹੁਤ ਟੇਕਦੇ ਹਾਂ ਅਸੀਂ, ਇੰਨਾ ਟੇਕਦੇ ਆ ਵੀ ਮੱਥਾ ਤਾਂ ਅਸੀਂ ਗੁਰੂ ਸਾਹਿਬ ਨਾਮ ਹੀ ਹੋਣ ਤਾਂ ਵੀ ਉਸ ਥਾਂ ਨੂੰ ਟੇਕੀ ਜਾਂਦੇ ਹਾਂ, ਇੰਨਾ ਪਿਆਰ ਕਰਦੇ ਹਾਂ ਗੁਰੂ ਸਾਹਿਬ ਨੂੰ। ਨਾਮ ਹੀ ਹੋਣ ਨਾ ਮਹਾਰਾਜ ਚਲੇ ਵੀ ਜਾਣ ਆਪਣੇ ਸਿੰਘਾਸਣ ਤੇ ਇੰਨਾ ਹੈ ਤਾਂ ਪਿਆਰ ਹੀ ਹੈ, ਅਸੀਂ ਗੁਰੂ ਸਾਹਿਬ ਜੀ ਦੀ ਉਸ ਜਗ੍ਹਾ ਨੂੰ ਫਿਰ ਵੀ ਨਮਸਕਾਰ ਕਰੀ ਜਾਂਦੇ ਹਾਂ। ਔਰ ਜਿੱਥੋਂ ਹੀ ਗੁਰਦੁਆਰਾ ਦਿਸ ਜਾਂਦਾ ਹੈ ਉੱਥੋਂ ਹੀ ਸੀਸ ਝੁਕਾਉਣ ਲੱਗ ਜਾਂਦੇ ਆ। ਸੀਸ ਸਾਡਾ ਗੁਰੂ ਨੂੰ ਹੀ ਝੁਕਦਾ ਆ, ਹੋਰ ਕਿਸੇ ਨੂੰ ਨਹੀਂ ਝੁਕਦਾ। ਇਹਦਾ ਅਰਥ ਹੈ ਅਸੀਂ ਪਿਆਰ ਬਹੁਤ ਕਰਦੇ ਹਾਂ, ਪਰ ਭੁਲੇਖਾ ਇਹ ਲੱਗ ਗਿਆ ਵੀ ਸ਼ਾਇਦ ਕੱਲਾ ਮੱਥਾ ਟੇਕਣਾ ਸਿੱਖੀ ਹੈ। ਇਹਦੇ ਤੋਂ ਅਗਲੀ ਗੱਲ ਮੇਰੀ ਕੌਮ ਨੇ ਨਹੀਂ ਜਾਣੀ। ਜੇ ਜਾਣਦੇ ਤੇ ਇਤਿਹਾਸ ਵਿੱਚ ਅਸੀਂ ਹੋਰ ਤਰ੍ਹਾਂ ਨਾਲ ਵੇਖੇ ਜਾਂਦੇ, ਸਾਡੇ ਪੁਰਖੇ ਹੋਰ ਤਰ੍ਹਾਂ ਨਾਲ। ਤਾਂ ਕਰਕੇ ਭਾਈ ਸਾਨੂੰ ਅੱਗੇ ਲੱਗਣਾ ਪੈਣਾ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹੋ, ਜਪਜੀ ਪੜ੍ਹਦੇ ਹੋ, ਜਿਹੜੇ ਖਿਆਲ ਜਪਜੀ ਵਿੱਚ ਸਤਿਗੁਰਾਂ ਨੇ ਦਿੱਤੇ ਹਨ, ਦੁਨੀਆ ਕੋਲ ਨਹੀਂ ਹਨ ਇਹ ਖਿਆਲ। ਕਿੱਥੇ ਹੈ ਖਿਆਲ? ਜੇ ਜੁਗ ਚਾਰੇ ਆਰਜਾ ਹੋਰ ਦਸੋਣੀ, ਕਿੱਥੇ ਹੈ ਇਹ ਖਿਆਲ? ਬਾਕੀ ਕਿਤੇ ਥਾਂ ਤੇ ਨਹੀਂ ਲੱਭੇਗਾ। ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ। ਪੂਰੀ ਦੁਨੀਆ ਇਸ ਸਟੇਟਮੈਂਟ 'ਤੇ ਜ਼ਿੰਦਗੀ ਜੀਂਦੀ ਹੈ ਵੀ ਮੇਰਾ ਪੂਰੀ ਦੁਨੀਆ 'ਚ ਨਾ ਹੋਵੇ। ਭਾਵੇਂ ਕੋਈ ਮੁਲਕ ਹੋਵੇ, ਭਾਵੇਂ ਵੱਡੇ ਵੱਡੇ ਧਨਾੜ ਬੰਦੇ ਹੋਣ, ਭਾਵੇਂ ਰਾਜੇ ਹੋਣ, ਭਾਵੇਂ ਮੁਲਕਾਂ ਨੂੰ ਚਲਾਉਣ ਵਾਲੇ ਬੰਦੇ ਹੋਣ, ਦਿਮਾਗ ਵਿੱਚ ਇਹ ਚੱਲਦਾ ਹੈ ਵੀ ਸਾਡਾ ਪੂਰੀ ਦੁਨੀਆ 'ਤੇ ਕਬਜ਼ਾ ਕਿਵੇਂ ਹੋਏਗਾ। ਮੇਰੇ ਦਾਤੇ ਦੀ ਬਾਣੀ ਸਵਾਲ ਕਰਦੀ ਹੈ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ। ਕਿਤੇ ਨਹੀਂ ਲੱਭਣੀ ਇਹ ਗੱਲ। ਸੋ ਇਸ ਕਰਕੇ ਸਮਝੀਏ, ਜਾਣੀਏ ਔਰ ਗੁਰੂ ਜੀ ਦੇ ਨਾਮ ਨਾਲ ਆਪਣੇ ਆਪ ਨੂੰ ਵਿੰਨਣ ਦੀ ਕੋਸ਼ਿਸ਼ ਕਰੀਏ। ਬਾਕੀ ਚੀਜ਼ਾਂ ਜੀਵਨ ਵਿੱਚੋਂ ਮੁਕਾਈਏ। ਚੂਕੀਅਲੇ ਮੋਹ ਪਿਆ ਮਿਆਸਾ, ਸਸ ਕੀਨੋ ਸੁਹੂਰ ਗਿਰਾਸਾ, ਜਬ ਕੁੰਭਕ ਭਰਪੁਰ ਲੀਣਾ, ਤਾਹ ਬਾਜੇ ਅਨਹਦ ਬੀਣਾ, ਬਕਤੇ ਬਕ ਸ਼ਬਦ ਸੁਨਾਇਆ, ਸੁਨਤੈ ਸੁਣ ਮਨ ਬਸਾਇਆ। ਗੁਰੂ ਨੇ ਕਿਹਾ, ਅਸੀਂ ਸੁਣਿਆ ਤੇ ਸੁਣ ਕੇ ਕੀ ਕੀਤਾ? ਮਨ ਵਿੱਚ ਵਸਾ ਲਿਆ। ਨਾ ਬਾਬਾ, ਇਹ ਨਹੀਂ ਲੱਭਣੇ ਤੈਨੂੰ ਮਨ 'ਚ ਵਸਾਉਣ ਵਾਲੇ। ਇਹ ਤਾਂ ਐਸ ਕੰਨੀ ਸੁਣਨਾ ਤੇ ਦੂਜੇ ਕੰਨ ਥਾਣੀ ਬਾਹਰ ਕੱਢ ਦੇਣਾ ਆ। ਮਨ ਵਸਾਉਣ ਵਾਲੀ ਪਰਿਸਥਿਤੀ ਵਿੱਚ ਦੀ ਲੰਘਣਾ ਔਖਾ ਕਾਰਜ ਲੱਗਦਾ। ਘਰ ਕਰਤਾ ਉਤਰਸ ਪਾਰੰ, ਕਹਿ ਕਬੀਰਾ ਸਾਰੰ। ਘਰ ਕਰਤਾ ਉਤਰਸ ਪਾਰੰ, ਕਹਿ ਕਬੀਰਾ ਸਾਰੰ। ਦੀਨ ਦੁਨੀ ਦੇ ਮਾਲਕ, ਹਲਤ ਪਲਤ ਸਵਾਰ ਦੇਣ ਹਾਰ ਸਤਿਗੁਰੂ, ਤਿਨਾਂ ਦੀ ਪਾਵਨ ਪਵਿੱਤਰ ਗੋਦ ਅੰਦਰ ਸੁਸ਼ੋਭਿਤ ਹੋ ਬੈਠੇ ਅਤੀ ਸਤਿਕਾਰਯੋਗ ਸਤ ਸੰਗਿਓ। ਆਓ ਪਿਆਰ ਸਹਿਤ ਗੁਰੂ ਕੇ ਸਵਾਰਿਆਂ ਪਾਸੋਂ ਹਰੀ ਜਸ ਕੀਰਤਨ ਸ਼ਰਵਣ ਕਰ ਰਹੇ ਸਾਂ। ਚੰਦ ਘੜੀਆਂ ਸਤਿਗੁਰਾਂ ਦੀ ਵਿਚਾਰ ਨਾਲ ਜੁੜੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ 'ਚ ਤਨ ਮਨ ਕਰਕੇ ਹੋਈਏ ਹਾਜ਼ਰ। ਪਿਆਰ ਸਹਿਤ ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਕਬੀਰ ਜੀ ਦੀ ਮੁਬਾਰਕ ਰਸਨਾ ਦਾ ਪਾਵਨ ਸ਼ਬਦ, ਜਿਸ ਦਾ ਪਾਠ ਅਸੀਂ ਸਾਰਿਆਂ ਨੇ ਰਲ ਮਿਲ ਕੇ ਕੀਤਾ,
ਇਹ ਪਾਵਨ ਸ਼ਬਦ ਰਾਮਕਲੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 971 ਤੇ 72 ਉੱਪਰ ਸੁਭਾਇਮਾਨ ਹੈ, ਜਿਸ ਦੇ ਪਾਠ ਅਸੀਂ ਆਪ ਵੀ ਕਰ ਸਕਦੇ ਹਾਂ, ਇਹਦੇ ਮੀਨਿੰਗ ਵੀ ਪੜ੍ਹ ਸਕਦੇ ਹਾਂ, ਇਹਦੇ ਅਰਥ ਵੀ ਵੇਖ ਸਕਦੇ ਹਾਂ। ਰਾਮਕਲੀ ਰਾਗ ਹੈ, ਘਰ ਦੂਜਾ। ਘਰ ਦਾ ਸੰਬੰਧ ਤਬਲੇ ਨਾਲ ਹੁੰਦਾ, ਤਬਲੇ ਦੇ ਘਰ ਹੁੰਦੇ ਹਨ। ਇਸ ਸ਼ਬਦ ਨੂੰ ਦੂਜੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਬਾਣੀ ਕਬੀਰ ਜੀ ਕੀ, ਕਬੀਰ ਜੀ ਦੀ ਬਾਣੀ ਹੈ। ਸੱਚੇ ਪਾਤਸ਼ਾਹ ਜੀ ਅੱਗੇ ਕਹਿੰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਜਿਹੜੇ ਹੈਡਿੰਗ ਨੇ ਇਹ ਗੁਰੂ ਅਰਜਨ ਸਾਹਿਬ ਜੀ ਨੇ ਦਿੱਤੇ ਆ, ਚੇਤਾ ਰੱਖੋ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਹੈਡਿੰਗ ਜਿਹੜਾ ਦਿੱਤਾ ਆ, ਜਿਹੜਾ ਸਿਰਲੇਖ ਦਿੱਤਾ ਹੈ, ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸੰਪਾਦਨਾ ਵੇਲੇ ਦਿੱਤਾ। ਤੇ ਆਪਾਂ ਬੜੀ ਵਾਰ ਗੱਲ ਕਰਦੇ ਹੁੰਦੇ ਹਾਂ ਵੀ ਜਦੋਂ ਵੀ ਕੋਈ ਸ਼ਬਦ ਤੁਸੀਂ ਪੜ੍ਹੋਗੇ ਜਾਂ ਕੋਈ ਵਿਸ਼ਾ ਚੇਂਜ ਹੋਏਗਾ ਜਾਂ ਸ਼ਬਦ ਚੇਂਜ ਹੋਣਗੇ ਜਾਂ ਰਾਗ ਚੇਂਜ ਹੋਏਗਾ ਤਾਂ ਉਹਦੇ ਉੱਪਰ ਲਗਭਗ ਇੱਕ ਓਂਕਾਰ ਸਤਿਗੁਰ ਪ੍ਰਸਾਦ ਜ਼ਰੂਰ ਲਿਖਿਆ ਮਿਲੇਗਾ, ਜਿਸ ਦੇ ਅਰਥ ਹਨ ਕੋਈ ਵੀ ਬਾਣੀ ਦਾ ਸ਼ਬਦ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਵਿਚਾਰਧਾਰਾ ਤੋਂ ਬਾਹਰੀ ਵਿਚਾਰਧਾਰਾ ਦਾ ਮਾਲਕ ਨਹੀਂ ਹੈ। ਇਹ ਜ਼ਰੂਰੀ ਹੈ ਗੱਲ। ਹੁਣ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ, ਇੱਕ ਓਂਕਾਰ ਲਾਂਭੇ ਕਰ ਦਿੰਦੇ ਹਾਂ ਤੇ ਬਹੁਤ ਸਾਰੇ ਸ਼ਬਦ ਅਸੀਂ ਵਿਅਕਤੀਆਂ ਨਾਲ ਜੋੜ ਜੋੜ ਕੇ ਵੇਖਣ ਲੱਗ ਪੈਂਦੇ ਹਾਂ। ਜਿਵੇਂ ਸਾਧ ਕੇ ਚਰਨ ਧੋਏ ਧੋਏ ਪੀਓ। ਸਾਧ ਦੀ ਗੱਲ ਤਾਂ ਪਰਮਾਤਮਾ ਦੀ ਚੱਲਦੀ ਹੈ। ਇੱਕ ਓਂਕਾਰ ਸੁਖਮਨੀ ਸਾਹਿਬ ਵਾਲਾ ਪਾਸੇ ਕਰਤਾ, ਸਾਧ ਦੇ ਅਰਥ ਬੰਦਾ ਕਰ ਲਏ। ਤੇ ਬੜੇ ਬੰਦੇ ਆਪਣੇ ਪੈਰ ਧਵਾ ਧਵਾ ਕੇ ਲੋਕਾਂ ਨੂੰ ਪਿਆਉਣ ਲੱਗ ਪਏ। ਜਦੋਂ ਪੈਰ ਧਵਾ ਕੇ ਪਿਆਉਣ ਲੱਗ ਪਏ, ਫਿਰ ਸ਼ੋਹਰਤ ਇੱਕ ਐਸੀ ਬਿਮਾਰੀ ਹੈ, ਉਹ ਬੰਦੇ ਨੂੰ ਬੜੀ ਛੇਤੀ ਮਿੱਟੀ ਵਿੱਚ ਮਿਲਾ ਦਿੰਦੀ ਹੈ। ਜਿਹਨੂੰ ਸਾਧ ਮੰਨਦੇ ਸੀ ਉਹ ਸਾਧ ਨਾ ਰਹੇ। ਸਾਡਾ ਵਿਸ਼ਵਾਸ ਬਾਣੀ ਤੋਂ ਟੁੱਟ ਗਿਆ। ਜਿਹੜੀ ਬੇਸਿਕ ਸਮੱਸਿਆ ਆਉਂਦੀ ਹੈ ਨਾ, ਉਸ ਬੰਨੇ ਜ਼ਰੂਰ ਧਿਆਨ ਦਿੱਤਾ ਜਾਏ। ਗਲਤੀਆਂ ਬੰਦੇ ਕਰਦੇ ਨੇ ਤੇ ਵਿਸ਼ਵਾਸ ਸਾਡਾ ਕਿਹਦੇ ਤੋਂ ਟੁੱਟਦਾ ਆ? ਗੁਰੂ ਗ੍ਰੰਥ ਸਾਹਿਬ ਤੋਂ। ਕਿਉਂਕਿ ਅਸੀਂ ਐਂ ਵੇਖਣ ਲੱਗ ਪੈਂਦੇ ਹਾਂ ਵੀ ਇਹਨਾਂ ਬਾਰੇ ਗੁਰੂ ਗ੍ਰੰਥ ਸਾਹਿਬ 'ਚ ਐਂ ਲਿਖਿਆ। ਨਹੀਂ, ਇੱਦਾਂ ਨਹੀਂ ਹੈ। ਜਿੰਨਾ ਕੁ ਗੁਰੂ ਸਾਹਿਬ ਜੀ ਮੇਰੇ ਬਾਰੇ ਬਾਣੀ 'ਚ ਲਿਖਦੇ ਆ, ਉਨਾ ਕੀ ਤੁਹਾਡੇ ਬਾਰੇ ਲਿਖਦੇ ਆ। ਜਿਹੜੀ ਗਲਤੀ ਹੈ ਨਾ, ਉਹ ਵਿਅਕਤੀ ਨੇ ਕਰਨੀ ਹੈ ਤੇ ਵਿਅਕਤੀ ਨਾਲ ਹੀ ਜੋੜ ਕੇ ਵੇਖੀ ਜਾਏ ਉਹਨੂੰ। ਪਰ ਅਸੀਂ ਪਹਿਲਾਂ ਗਲਤੀ ਇਹ ਕਰਦੇ ਹਾਂ ਵੀ ਅਸੀਂ ਬੰਦਿਆਂ ਨੂੰ ਰੱਬ ਮੰਨਣ ਲੱਗ ਪੈਂਦੇ ਹਾਂ। ਸਿੱਖ ਹਾਲਾਂਕਿ ਉਸੇ ਸੁਖਮਨੀ ਸਾਹਿਬ 'ਚ ਹੀ ਆਉਂਦਾ, ਮਾਨੁਕੀ ਟੇਕ ਬਿਰਥੀ ਸਭ ਦੇਵਨ ਕੋ। ਤੇ ਜੁੜ ਫਿਰ ਜਵਾਬੇ ਨਾਲ ਹੀ ਜਾਂਦੇ ਆ ਸੁਖਮਨੀ ਪੜ੍ਹ ਕੇ ਵੀ ਮਹਾਂਪੁਰਸ਼ ਬੜੀ ਕਰਨੀ ਵਾਲੇ ਨੇ। ਉਹਦੇ 'ਚ ਤਾਂ ਗੁਰੂ ਸਾਹਿਬ ਕਹਿ ਰਹੇ ਵੀ ਨਹੀਂ ਭਾਈ, ਕਿਸੇ ਬੰਦੇ ਦੀ ਟੇਕ ਹੀ ਨਹੀਂ ਰੱਖਣੀ। ਉਸੇ ਸੁਖਮਨੀ ਸਾਹਿਬ 'ਚ ਆਉਂਦਾ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਅੱਗੇ ਪੜੋ ਏਕ। ਹੁਣ ਬੰਦੇ ਕਿੱਥੇ ਆ ਗਏ ਫਿਰ ਵਿੱਚ? ਏਕ ਆਸ ਹਰ ਮਨ ਰੱਖੋ। ਇੱਕ ਦੀ ਆਸ ਮਨ ਵਿੱਚ ਰੱਖ। ਜੇ ਇੱਕ ਤੋਂ ਇਲਾਵਾ ਕਿਸੇ ਦੂਜੇ ਦੀ ਆਸ ਰੱਖੇਗਾ, ਫਿਰ ਚੇਤਾ ਰੱਖੀ ਤੇਰੀ ਜ਼ਿੰਦਗੀ ਵਿੱਚ ਮੁਸ਼ਕਲ ਆਏਗੀ। ਕਿਸੇ ਦੀ ਆਸ, ਬੰਦਿਆਂ ਵੱਲ ਵੇਖਦਿਆਂ ਅਸੀਂ ਸਿੱਖੀ ਦਾ ਇਹ ਹਾਲ ਕਰਾ ਲਿਆ ਨਾ। ਸੋ ਇੱਕ ਓਂਕਾਰ ਦੇ ਅਰਥ ਅਸੀਂ ਜ਼ਰੂਰ ਧਿਆਨ ਵਿੱਚ ਰੱਖਣੇ ਆ। ਕੋਈ ਬਾਣੀ ਪੜੋ, ਕੋਈ ਵੀ ਬਾਣੀ ਪੜੋ, ਦੁੱਖ ਭੰਜਨ ਤੇਰਾ ਉੱਪਰ ਇੱਕ ਓਂਕਾਰ ਜ਼ਰੂਰ ਚੇਤੇ ਵਿੱਚ ਰਹੇਗਾ। ਜਦੋਂ ਵੀ ਕੋਈ ਸ਼ਬਦ ਪੜ੍ਹਿਆ ਜਾਂਦਾ, ਸਰਬ ਰੋਗ ਕੋ ਔਖਦ ਨਾਮ। ਤੇ ਸਾਡੇ ਪੰਜਾਬ ਵਿੱਚ ਇੱਕ ਡੇਰਾ ਬਣਾ ਕੇ ਬਹਿ ਗਏ, ਕਹਿੰਦੇ ਸਾਡੇ ਬਾਬਾ ਜੀ ਕੋ ਆਓ, ਇਹਨਾਂ ਕੋਲ ਸਾਰੀਆਂ ਹੀ ਬਿਮਾਰੀਆਂ ਦਾ ਦਾਰੂ ਹੈ। ਵੀ ਉਹਦੇ 'ਚ ਤੇ ਗੱਲ ਨਾਮ ਦੀ ਚੱਲਦੀ ਹੈ। ਸਰਬ ਔਖਦ ਦਾ ਡੇਰਾ ਬਣਾ ਲਿਆ, ਬਾਹਰ ਬੋਰਡ ਲਿਖ ਕੇ ਲਾ ਲਿਆ। ਕਿਉਂਕਿ ਜਿੰਨਾ ਬਾਣੀ ਨੂੰ ਸਾਡੇ ਬੰਦਿਆਂ ਨੇ ਮਿਸ ਯੂਜ਼ ਕੀਤਾ ਆ ਨਾ, ਇੰਨਾ ਸ਼ਾਇਦ ਕਿਸੇ ਦੂਜੇ ਨੇ ਨਹੀਂ ਕੀਤਾ ਹੋਣਾ। ਜਿੰਨਾ ਅਸੀਂ, ਜੇ ਮੇਰੇ ਵਰਗਾ ਬੰਦਾ ਥੋੜਾ ਜਿਹਾ ਡਰਾਮੇਬਾਜ਼ ਬਣਨਾ ਚਾਹਵੇ, ਉਹ ਫਿਰ ਇਦਾਂ ਕਹਿੰਦਾ, ਹਮ ਕੂਕਰ ਤੇਰੇ, ਬੋਲੋ ਹਮ ਕੂਕਰ। ਤੇ ਜੇ ਕੁੱਤਾ ਕਹਿ ਦੇ ਕੋਈ ਉਦਾਂ, ਫਿਰ ਗੱਲ ਨੂੰ ਆਉਂਦਾ ਵੀ ਆਪੇ ਹੀ ਤੇ ਕਹਿਣਾ ਹਮ ਕੂਕਰ ਤੇਰੇ ਦਰਬਾਰ। ਜੇ ਕਹਿਤਾ ਫਿਰ ਕਿੰਨੇ ਏਡੀ ਨੇਰੀ ਆ ਗਈ ਹੈ। ਸੋ ਬਾਣੀ ਨੂੰ, ਬਾਣੀ ਦੇ ਲਹਿਜ਼ੇ ਨਾਲ ਔਰ ਉਹਨੂੰ ਸਾਰੇ ਸੰਦਰਭ ਨੂੰ ਧਿਆਨ ਵਿੱਚ ਰੱਖਣ ਦੀ ਇਹਨਾਂ ਚੀਜ਼ਾਂ ਨੇ ਬਹੁਤ ਸਾਨੂੰ ਗੁੰਮਰਾਹ ਕੀਤਾ ਆ। ਪਿੱਛੇ ਜੇ ਦਰਬਾਰ ਸਾਹਿਬ ਦੀ ਨਕਲ ਤੇ ਇੱਕ ਨਕਲੀ ਦਰਬਾਰ ਬਣਾ ਲਿਆ ਸੀ। ਇਹ ਅੱਜ ਦਾ ਰਿਵਾਜ ਨਹੀਂ ਹੈ। ਪ੍ਰਿਥੀ ਚੰਦ ਨੇ ਹੇਰਰ ਪਿੰਡ ਵਿੱਚ ਨਕਲੀ ਦਰਬਾਰ ਬਣਾਇਆ ਸੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਮੁਕਾਬਲੇ ਵਿੱਚ। ਚੇਤੇ ਰੱਖਿਓ, ਜਦੋਂ ਪਾਕਿਸਤਾਨ ਨਹੀਂ ਸੀ ਬਣਿਆ, ਹੇਰਰ ਪਿੰਡ ਵਿੱਚ ਪ੍ਰਿਥੀ ਚੰਦ ਨੇ
ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਨਕਲ ਤੇ ਨਕਲੀ ਦਰਬਾਰ ਬਣਾ ਲਿਆ ਸੀ ਵੀ ਗੁਰੂ ਅਰਜਨ ਸਾਹਿਬ ਕੋਲ ਜਾਣ ਦੀ ਲੋੜ ਨਹੀਂ, ਮੇਰੇ ਕੋਲ ਆਓ। ਤੇ ਹੁਣ ਮਾਲਵੇ ਦੇ ਖੇਤਰ ਵਿੱਚ ਸਾਡੇ ਬਾਬਿਆਂ ਨੇ ਨਕਲੀ ਦਰਬਾਰ ਬਣਾਇਆ। ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਤੇ ਲਿਖਿਆ ਆ ਅੰਮ੍ਰਿਤਸਰ ਸਿਫਤੀ ਦਾ ਘਰ, ਤੇ ਉਹਨਾਂ ਆਪਣੀ ਦਰਸ਼ਨੀ ਡਿਓੜੀ ਤੇ ਪਤਾ ਕੀ ਲਿਖਿਆ ਸੀ? ਨਾਨਕ ਸਰ ਸਿਫਤੀ ਦਾ। ਹਾਲਾਂਕਿ ਬਾਣੀ 'ਚ ਪੰਕਤੀ ਹੈ ਨਹੀਂ, ਪਰ ਪੁੱਛਣਾ ਕਿਨੇ ਹੈ? ਸਵਾਲ ਕਿਹੜਾ ਕਰਨਾ ਹੈ ਕਿਸੇ ਨੇ? ਨਾਲੇ ਸਾਨੂੰ ਹੱਕ ਨੇ, ਅਸੀਂ ਹਰ ਚੀਜ਼ ਨੂੰ ਆਪਣੇ ਢੰਗ ਨਾਲ ਯੂਜ਼ ਕਰ ਸਕਦੇ ਹਾਂ, ਕਿਉਂਕਿ ਅਸੀਂ ਠੇਕੇਦਾਰ ਜੋ ਬਣ ਜਾਂਦੇ ਹਾਂ, ਅਲੰਬਰਦਾਰੀ ਜੋ ਚੁੱਕ ਲੈਂਦੇ ਹਾਂ ਅਸੀਂ ਵੀ ਸਾਨੂੰ ਹੱਕ ਨੇ ਸਾਰੀਆਂ ਚੀਜ਼ਾਂ। ਤੇ ਤੁਹਾਡੇ 'ਚ ਬਹੁਤ ਸਾਰੇ ਵੀਰ ਜਾਣਦੇ ਹੋਣਗੇ ਵੀ ਉਹ ਨਕਲੀ ਦਰਬਾਰ ਉਸੇ ਤਰ੍ਹਾਂ ਹੀ ਉਹਦੇ ਆਲੇ ਦੁਆਲੇ ਸਰੋਵਰ ਉਸੇ ਤਰ੍ਹਾਂ ਦਰਬਾਰ ਬਣਾਇਆ ਗਿਆ। ਲੋੜ ਕੀ ਹੈ ਇਸ ਗੱਲ ਦੀ? ਪ੍ਰਿਥੀ ਚੰਦ ਨੇ ਤਾਂ ਬਣਾਇਆ ਸੀ ਵੀ ਗੁਰੂ ਅਰਜਨ ਸਾਹਿਬ ਜੀ ਦਾ ਵਿਰੋਧ ਕਰਨਾ ਸੀ। ਅੱਜ ਵਾਲੇ ਕਿਹਦੇ ਵਿਰੋਧ 'ਚ ਬਣਾ ਰਹੇ ਆ? ਕਿਉਂ ਬਣਾਇਆ ਜਾ ਰਿਹਾ ਆ? ਕਿਉਂਕਿ ਅਸੀਂ ਆਪਣੀ ਹੋਂਦ ਦਾ ਅਹਿਸਾਸ ਕਰਾ ਸਕੀਏ, ਆਪਣੀ ਹੋਂਦ ਬਾਰੇ ਦੱਸ ਸਕੀਏ। ਖੈਰ, ਅੱਜ ਦੇ ਪਾਵਨ ਸ਼ਬਦ, ਇਹ ਬੇਨਤੀ ਮੈਂ ਬਾਰ-ਬਾਰ ਕਰਦਾ ਹੁੰਦਾ, ਇੱਕ ਓਂਕਾਰ 567 ਵਾਰ ਆਇਆ ਗੁਰੂ ਗ੍ਰੰਥ ਸਾਹਿਬ 'ਚ। ਇੰਨੀ ਵਾਰ ਲਿਖਣ ਦੀ ਲੋੜ ਨਹੀਂ ਸੀ, ਇੱਕ ਓਂਕਾਰ ਲਿਖਤਾ ਇੱਕ ਵਾਰ ਸਮਝ ਆ ਜਾਣੀ ਸੀ ਗੱਲ ਸਿੱਖਾਂ ਨੂੰ। ਕਿਉਂ ਬਾਰ-ਬਾਰ ਰਿਪੀਟ ਕੀਤਾ ਆ ਗੁਰਾਂ ਨੇ? ਕਿਉਂਕਿ ਪਤਾ ਸੀ ਮੇਰੇ ਬਾਪੂ ਨੂੰ ਇਹਨਾਂ ਭੁਲੇਖੇ ਬਹੁਤ ਖਾਣੇ ਆ, ਇਹ ਬਹੁਤ ਛੇਤੀ ਗੁੰਮਰਾਹ ਹੋਣਗੇ। ਬਾਣੀ ਦੀਆਂ ਬਹੁਤ ਸਾਰੀਆਂ ਪੰਕਤੀਆਂ ਦੇ ਅਰਥ ਬੰਦਾ ਆਪਣੇ ਢੰਗ ਨਾਲ, ਪਿਛਲੇ ਦਿਨੀ ਮੈਂ ਇੱਕ ਜ਼ਿਕਰ ਕਰਦਾ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਜਾਂਦੀ ਹੈ, ਅੱਗੇ ਬੈਂਡ ਵਾਜੇ ਦਾ ਕੀ ਮਤਲਬ ਹੈ? ਹੁਣ ਤੁਸੀਂ ਇਹਨਾਂ ਮੁਲਕਾਂ 'ਚ ਵੀ ਵੇਖ ਸਕਦੇ ਹੋ ਕਿਉਂ ਆਇਆ ਬੈਂਡ ਵਾਜਾ। ਜਦੋਂ ਸਾਡੇ ਕੋਲ ਕੀਰਤਨ ਕਰਨ ਵਾਲੇ ਵਾਜੇ ਹੈਗੇ ਨੇ ਤੇ ਅਸੀਂ ਗੁਰੂ ਦੀ ਕੀਰਤੀ ਹੀ ਕਰਨੀ ਹੈ, ਕਿਹਨੂੰ ਵਿਖਾਉਣਾ ਆ? ਫਿਰ ਕਿਹਨੂੰ ਦੱਸਣਾ ਚਾਹੁੰਦੇ ਆ ਅਸੀਂ ਇਹ ਗੱਲਾਂ? ਔਰ ਹੈਰਾਨਗੀ ਉਦੋਂ ਹੁੰਦੀ ਹੈ ਜਦੋਂ ਸਾਹਿਬਜ਼ਾਦਿਆਂ ਦੇ ਸੰਬੰਧ 'ਚ ਨਗਰ ਕੀਰਤਨ ਨਿਕਲ ਰਿਹਾ ਹੁੰਦਾ ਤੇ ਅੱਗੇ ਬੈਂਡ ਵਾਜਾ ਵੱਜ ਰਿਹਾ ਹੁੰਦਾ। ਸ਼ਹਾਦਤ ਕਿੱਥੋਂ ਚੇਤੇ ਆਉਣੀ ਹੈ? ਤੇ ਜੇ ਕੋਈ ਮੇਰੇ ਵਰਗਾ, ਮੈਂ ਕਲਕੱਤੇ ਇੱਕ ਵਾਰ ਟੋਕਤਾ, ਉੱਥੇ ਭਾਈਆਂ ਨੂੰ ਬੈਂਡ ਵਾਜਾ ਲੈ ਕੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੱਢ ਰਿਹਾ ਸਨ ਨਗਰ ਕੀਰਤਨ। ਮੈਂ ਵਿਚਾਰਾਂ ਦੌਰਾਨ ਟੋਕਤਾ ਤੇ ਇੱਕ ਸਿਆਣਾ ਬਿਆਣਾ ਗਿਆਨੀ ਬੰਦਾ ਜਿਹਨੇ ਸ੍ਰੀ ਸਾਹਿਬ ਉੱਤੋਂ ਦੀ ਪਾਈ ਹੋਈ ਤੇ ਵੇਖਣ ਨੂੰ ਬੜਾ ਗਿਆਨੀ ਲੱਗਿਆ, ਜਾਂਦਾ ਭਾਈ ਸਾਹਿਬ ਜੀ ਤੁਸੀਂ ਕਹਿੰਦੇ ਹੋ ਬੈਂਡ ਵਾਜਾ ਨਹੀਂ ਲੈ ਕੇ ਜਾਣਾ ਚਾਹੀਦਾ, ਬਾਣੀ 'ਚ ਤੇ ਲਿਖਿਆ ਹੋਇਆ ਨਾਚ ਰੇ ਮਨ ਗੁਰ ਕੇ ਅੱਗੇ, ਨੱਚਣਾ ਵੀ ਚਾਹੀਦਾ ਗੁਰੂ ਦੇ ਅੱਗੇ। ਮੈਂ ਕਿਹਾ ਇਹੀ ਕਸਰ ਰਹਿ ਗਈ ਹੈ, ਇਹ ਵੀ ਕਰ ਲੈਣੀ ਪੂਰੀ ਤੁਸੀਂ, ਹਟਣਾ ਥੋੜੀ ਹੈ। ਤੁਸੀਂ ਵੇਖਿਆ ਹੋਣਾ ਪਿੱਛੇ ਜੇ ਇੱਕ ਇੰਟਰਨੈਟ ਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿੰਨੀ ਨਾਮ ਧਿਆਇਆ ਤੇ ਨੱਚ ਰਹੇ ਨੇ ਬੰਦੇ, ਉਹ ਤੇ ਫੋਰਨਰ ਨੇ ਸਾਰੇ, ਉਹ ਐਡਵਾਂਸ ਤਕਨੀਕ ਵਾਲੇ ਹੀ ਬੰਦੇ ਆ, ਉਹ ਇੰਡੀਆ ਵਾਲੇ ਨਹੀਂ ਅਜੇ। ਉਹਨਾਂ ਦਾ ਦਿਮਾਗ ਥੋੜਾ ਜਿਹਾ ਲੇਟ ਚੱਲਦਾ ਆ, ਉਹਨਾਂ ਨੂੰ ਵੀ ਲੱਗ ਜੂ 2-4 ਸਾਲਾਂ ਤੱਕ ਪਤਾ। ਹੁਣ ਗੱਲ ਕਿਹੜੀ ਚੱਲ ਰਹੀ ਹੈ ਸ਼ਬਦਾਂ ਵਿੱਚ? ਗੁਰੂ ਸਾਹਿਬ ਜੀ ਕੀ ਕਹਿਣਾ ਚਾਹੁੰਦੇ? ਅਸੀਂ ਤੁਰ ਕਿਧਰ ਨੂੰ ਪਏ ਆ? ਮੈਂ ਕੋਈ ਗੱਲ ਆਪਣੇ ਕੋਲੋਂ ਨਹੀਂ ਕਰਦਾ, ਜੇ ਕਿਸੇ ਨੇ ਪ੍ਰੂਫ ਵੇਖਣਾ ਹੋਇਆ ਮੈਂ ਬਕਾਇਦਾ ਪ੍ਰੂਫ ਵਿਖਾਊਂਗਾ। ਉਹ ਬੰਦੇ ਸ਼ਬਦ ਪੜ੍ਹ ਰਹੇ ਆ, ਸਾਰੇ ਦਾ ਸਾਰਾ ਲਾਣਾ ਸ਼ਬਦਾਂ ਤੇ ਨੱਚ ਰਿਹਾ ਹੈ। ਜਿੰਨੀ ਨਾਮ ਤੇ ਆਏ ਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ। ਇਹ ਨੱਚਣ ਨੂੰ ਲੈ ਕੇ ਸ਼ਲੋਕ ਤੁਹਾਨੂੰ ਗੁਰੂ ਸਾਹਿਬ ਜੀ, ਤੇ ਜੇ ਬਹੁਤਾ ਕਹੋਗੇ ਤੇ ਕਹਿਣਗੇ ਬਾਣੀ 'ਚ ਹੀ ਲਿਖਿਆ ਆ ਮਹਾਰਾਜ ਸੱਚੇ ਪਾਤਸ਼ਾਹ ਨਾਚ ਰੇ ਮਨ। ਅੱਛਾ, ਕਿਹਨੂੰ ਨੱਚਣ ਲਈ ਕਿਹਾ ਆ ਜੀ? ਨਾਚ ਰੇ ਤੇ ਸਰੀਰ ਕਿਉਂ ਨਚਾਈ ਜਾਂਦੇ ਹੋ? ਫਿਰ ਮਨ ਨਚਾਓ ਨਾ ਗੁਰੂ ਗਾੜੀ, ਉੱਥੇ ਤਾਂ ਸਿੱਧਾ ਸ਼ਬਦ ਲਿਖਿਆ ਨਾਚ ਰੇ ਮਨ। ਸਰੀਰ ਨੱਚਣ ਦੀ ਤੇ ਗੱਲ, ਤੇ ਮਨ ਕਿੱਥੇ ਨੱਚ ਰਿਹਾ ਆ? ਗੱਲ ਕਿੱਡੀ ਗਜਬ ਦੀ ਸੀ। ਮੇਰਿਆ ਮਨਾ ਗੁਰੂ ਦੇ ਸਿਧਾਂਤਾਂ ਗਾੜੀ ਮਨ ਨੂੰ ਕਠਪੁਤਲੀ ਬਣਾ ਕੇ ਜਿਵੇਂ ਤੇਰਾ ਗੁਰੂ ਨਚਾਉਂਦਾ ਆ ਨਾ ਉਵੇਂ ਨਚਾਉਣ, ਯਾਨੀ ਕਿ ਜਿਹੜਾ ਸੁਭਾਅ ਗੁਰੂ ਦੇਣਾ ਚਾਹੁੰਦਾ ਆ ਉਹ ਸੁਭਾਅ ਆਪਣੀ ਜ਼ਿੰਦਗੀ 'ਚ ਲਿਆ, ਮਨ ਉਦਾਂ ਦਾ ਬਣਾ। ਪਰ ਅਸੀਂ ਕਦੋਂ ਸਮਝਾਂਗੇ ਇਹਨਾਂ ਸਾਰੀਆਂ ਗੱਲਾਂ ਨੂੰ? ਕਦੋਂ ਕਿਤੇ ਮੇਰੀ ਕੌਮ ਇਸ ਬੰਨੇ ਧਿਆਨ ਦੇਗੀ? ਸੱਚੇ ਪਾਤਸ਼ਾਹ ਜੀ ਨਹੀਂ ਦੇਣਾ ਕੌਮ ਨੇ ਧਿਆਨ ਜਿੰਨਾ ਚਿਰ ਤੁਸੀਂ ਨਾ ਦਿੱਤਾ। ਸਾਡੇ ਵਰਗਿਆਂ ਨੇ ਨਹੀਂ ਦੇਣਾ, ਕਿਉਂਕਿ ਸਾਡੇ ਵਰਗਿਆਂ ਦੇ ਦਿਮਾਗ ਵਿੱਚ ਇਹ ਥੋੜੀ ਚੱਲਦਾ ਹੈ ਵੀ ਕੌਮ ਨਾਲ ਕੀ ਹੋ ਰਿਹਾ ਆ। ਅਸੀਂ ਤਾਂ ਬਸ ਠੀਕ ਹੈ, ਜਿੰਨੇ ਲਾਈ ਗੱਲੀ ਉਸੇ ਨਾਲ ਉੱਠ ਚੱਲੀ ਵਾਲਾ ਹਾਲਾਤ ਹੈ ਸਾਡਾ। ਜਿਵੇਂ ਦਾ ਸਮਾਜ ਹੈ ਉਵੇਂ ਦੇ ਅਸੀਂ ਹੋਏ ਪਏ। ਐਂ ਹੀ ਚੱਲਦਾ ਜੀ, ਇੱਥੇ ਕਿਹੜਾ ਕੋਈ ਸੁਣਦਾ ਆ? ਕਿਉਂ ਨਹੀਂ ਸੁਣਦਾ? ਸੁਣਦੇ ਤੇ ਹੋ ਤੁਸੀਂ। ਕੋਈ ਪ੍ਰਚਾਰਕ ਜ਼ਿੰਮੇਵਾਰੀ ਇਹ ਨਹੀਂ ਲੈਂਦਾ ਮੈਂ ਸੁਣਾਉਂਦਾ ਨਹੀਂ ਆ। ਹਰ ਪ੍ਰਚਾਰਕ, ਸਾਡਾ ਨਿਤਵਾਰ ਰਹਿੰਦਾ ਪ੍ਰਚਾਰਕਾਂ ਨਾਲ, ਉਹਨਾਂ ਨੂੰ ਪੁੱਛੀਦਾ ਯਾਰ ਕਿਉਂ ਨਹੀਂ ਕਰਦੇ ਤੁਸੀਂ ਗੱਲ? ਕਹਿੰਦੇ ਲੋਕ ਸੁਣਦੇ ਨਹੀਂ। ਗਲਤੀ ਆਪਣੀ ਨਹੀਂ ਕੱਢਦੇ, ਗਲਤੀ ਕਿਹਦੀ ਕੱਢਦੇ ਆ? ਉਹ ਤੁਹਾਡੀ ਕੱਢਦੇ ਆ। ਕੋਈ ਬੰਦਾ ਆਪਣੀ ਗਲਤੀ ਕੱਢ ਕੇ ਰਾਜੀ ਹੈ ਇੱਥੇ?
ਕਿਸੇ ਗਾਉਣ ਵਾਲੇ ਦੀ ਇੰਟਰਵਿਊ ਸੁਣ ਲਿਓ, ਉਹਨੂੰ ਜੇ ਸਵਾਲ ਕਰਦੇ ਨਾ ਕੋਈ ਵੀ ਤੁਸੀਂ ਗਾਣੇ ਇੰਨੇ ਅਸ਼ਲੀਲ ਕਿਉਂ ਗਾਉਂਦੇ ਹੋ, ਉਹ ਕੀ ਕਹਿੰਦੇ ਆ ਭਲਾ, ਲੋਕ ਸੁਣਦੇ ਇਹ ਆ। ਫਿਰ ਲੋਕ ਸਿਆਣੇ ਹੋ ਜਾਣੇ, ਆਪੇ ਸਿਆਣੇ ਹੋ ਜਾਣੇ ਆ। ਲੋਕ ਸਿਆਣੇ ਹੋ ਜਾਣ, ਪ੍ਰਚਾਰਕ ਆਪੇ ਹੀ ਸਿਆਣੇ ਹੋ ਜਾਣੇ ਆ। ਨਾਲੇ ਡੈਮੋਕ੍ਰੇਸੀ ਦਾ ਯੁੱਗ ਹੈ, ਗਿਣਤੀ ਬਹੁਤ ਗਿਣਤੀ ਜਿੱਧਰ ਹੋਵੇ ਬੰਦਾ ਉੱਧਰ ਹੋ ਹੀ ਜਾਂਦਾ। ਅੱਜ ਦਾ ਯੁੱਗ ਜੋ ਇੱਦਾਂ ਦਾ ਆ, ਸਮਾਂ ਜੋ ਇੱਦਾਂ ਦਾ ਹੈ, ਇਸ ਤਰ੍ਹਾਂ ਦਾ। ਤੋ ਅਸੀਂ ਜਿਹਨੂੰ ਮਾੜੀ ਜੀ ਗੁਰਮਤ ਸਮਝ ਲੱਗਦੀ ਉਹ ਕਹਿੰਦਾ ਛੱਡੋ ਜੀ, ਆਪਾਂ ਤਾਂ ਲੈਂਦੇ ਹੀ ਨਹੀਂ, ਦਿਲਚਸਪੀ ਨਹੀਂ ਰੱਖਦੇ ਇਸ ਗੱਲ। ਕਿਉਂ ਨਹੀਂ ਰੱਖਦਾ ਦਿਲਚਸਪੀ ਭਾਈ? ਰੱਖਣੀ ਚਾਹੀਦੀ ਹੈ ਨਾ। ਕਬੀਰ ਸਾਹਿਬ ਜੀ ਦਾ ਕਿੱਡਾ ਪਿਆਰਾ ਸ਼ਬਦ ਹੈ, ਕਬੀਰ ਜਿਨਹੂ ਕਿਛ ਜਾਣਿਆ ਨਹੀਂ। ਕੀ ਹੁੰਦਾ ਕਬੀਰ ਸਾਹਿਬ ਜੀ ਕਹਿੰਦੇ, ਤਿੰਨ ਸੁਖ ਨੀਂਦ ਵਿਹਾਏ। ਉਹਨਾਂ ਨੂੰ ਸੁਖ ਦੀ ਨੀਂਦ ਆਉਂਦੀ ਹੈ ਜਿਨ੍ਹਾਂ ਨੂੰ ਕੁਝ ਪਤਾ ਨਹੀਂ। ਹਮੋ ਜੋ ਬੂਝਾ ਬੁਝਣਾ, ਜਦੋਂ ਦੀ ਮੈਨੂੰ ਸਮਝ ਪੈ ਗਈ ਹੈ, ਕਬੀਰ ਸਾਹਿਬ ਕਹਿੰਦੇ ਪਤਾ ਨਹੀਂ ਲੋਕ ਕਿਵੇਂ ਘੇਸਲ ਵੱਟ ਕੇ ਸੌਂ ਜਾਂਦੇ ਨੇ। ਪੂਰੀ ਪੜੀ ਬੜਾਏ, ਮੇਰੇ ਤੇ ਗਲ ਬੜਾ ਪੈ ਗਈ ਹੈ ਉਦੋਂ ਦੀ, ਮੇਰੇ ਤੋਂ ਚੁੱਪ ਹੀ ਨਹੀਂ ਰਿਹਾ ਜਾਂਦਾ। ਇਹ ਬੰਨ ਕੇ ਹਾਥੀ ਗਾੜੀ ਸੁੱਟਦੇ ਨੇ, ਕਈ ਕੁਝ ਕਰਦੇ ਨੇ ਮੇਰੇ ਨਾਲ, ਪਰ ਕੀ ਕਰਾਂ, ਨਹੀਂ ਰਿਹਾ ਜਾਂਦਾ ਚੁੱਪ ਮੇਰੇ ਕੋਲੋਂ। ਪਰ ਅੱਜ ਕਿੰਨੀ ਦੁਨੀਆ ਚੁੱਪ ਹੈ, ਕਿੰਨੇ ਬੰਦੇ ਚੁੱਪ ਨੇ। ਕੀ ਕੁਝ ਹੋ ਰਿਹਾ ਦੁਨੀਆ 'ਚ ਪਤਾ ਨਹੀਂ ਆਪਾਂ ਨੂੰ, ਕਿਤੇ ਸਾਰਾ ਪਤਾ, ਘੇਸਲ ਮਾਰੀ ਹੋਈ ਆ। ਛੱਡੋ, ਮੇਰੀ ਥੋੜੀ ਜ਼ਿੰਮੇਵਾਰੀ ਹੈ, ਮੈਂ ਕੀ ਕਰਾਂ, ਮੇਰੇ ਕੀਤਿਆਂ ਕੀ ਹੋਣਾ, ਤੇਰੇ ਕੀਤਿਆਂ ਹੀ ਹੋਣਾ ਜੋ ਹੋਣਾ ਭਾਈ। ਇਹ ਨਾ ਸੋਚ ਮੇਰੇ ਕੀਤਿਆਂ ਨਹੀਂ ਹੋਣਾ। ਜਦੋਂ ਮੱਥਾ ਟੇਕਦਾ ਆ ਨਾ ਗੁਰੂ ਸਾਹਿਬ ਜੀ ਨੂੰ, ਤੇ ਮੱਥਾ ਟੇਕਣ ਦਾ ਅਰਥ ਹੀ ਇਹ ਹੁੰਦਾ ਵੀ ਮੈਂ ਤੇਰਾ ਆ ਤੇ ਤੇਰੇ ਦੀ ਜ਼ਿੰਮੇਵਾਰੀ ਵੀ ਚੁੱਕਣੀ ਪੈਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਸ਼ਬਦ ਵਿੱਚ ਜਿਹੜੀ ਬਾਤ ਸਾਡੇ ਨਾਲ ਪਾਉਂਦੇ ਨੇ, ਉਸ ਬੰਨੇ ਧਿਆਨ ਆਪਾਂ ਦਈਏ। ਪਵਨ ਪਤ ਉਨ ਮਨ ਰਹਿਣ ਖਰਾ। ਪਵਨ ਕਹਿੰਦੇ ਨੇ ਹਵਾ ਨੂੰ, ਤੇ ਪਤ ਕਹਿੰਦੇ ਨੇ ਜਿਹੜਾ ਹਵਾ ਦੇ ਬੁੱਲਿਆਂ ਨੂੰ ਇੱਜ਼ਤ ਸਮਝ ਬੈਠਾ ਹੋਵੇ, ਜਿਹੜਾ ਨਾ ਟਿਕਣ ਵਾਲੀ ਚੀਜ਼ ਨੂੰ ਸੱਚੀ ਮੰਨ ਬੈਠਾ ਹੋਵੇ, ਜਿਹੜਾ ਨਾ ਰਹਿਣ ਵਾਲੀ ਚੀਜ਼ ਨੂੰ ਰਹਿਣ ਵਾਲੀ ਮੰਨ ਬੈਠਾ ਹੋਵੇ। ਇਸ ਮਨ ਨੇ